सतगुरां दी साजी निवाजी गुरु रूप प्यारे साध संगत जी। सतगुरां ने महान बख्शिश की है। परमात्मा का नाम सिमरन करन वास्ते, परमात्मा का नाम सुनन वास्ते सुभागा समा परमात्मा ने बख्शिश किया है। सतगुरु महाराज जियां दी पवित्र गुरबाणी जिहड़े मनुख पढ़ते सुनते ने, अमल करते ने, उन्हां नूं आउण वाले समय बारे पल पल ते कदम कदम ते सतगुरु महाराज जी समझाउण दे यतन करते ने, ताकि कोई भी मनुख ऐसा ना होवे जिहड़ा दर दर दियां ठोकरां खांदा खांदा अपना जीवन बतीत कर दे। परमात्मा ने अपना ही रूप मनुखता नूं बख्शिया है, क्योंकि परमात्मा दे जिन्ने भी अवतारी पुरख आए ने, अवतार आए ने, वो सारे दे सारे मनुखता दे रूप दे विच ही आए ने। तो अकाल पुरख ने अपना ही रूप इस मनुख नूं बख्शिया है। तो गुरबाणी मनुख नूं बड़े सुचज्जे ढंग दे नाल कदम कदम ते समझाउंदी है कि ऐ बंदे देखी किते बहुता लम्मा समा सौ के अपनी इस जीवन लीला नूं समाप्त ना करी। प्रकृति दे कुछ निजम ने, इन्हां निजमां दे विच दिन आउंदा है ते उस तो बाद फिर रात आ जाती है। दिन नूं मनुख अपनी किरत दे विच रहिंदा है अते रात नूं भोजन पानी छक के आराम दे नाल सौ जांदा है। तो प्रकृति ने, परमात्मा ने रहमत कीती है, रात मनुख दे सौण वास्ते ही बनाई है। पर कुछ निजम इहदे विच रखे ने गुरु नानक देव साहिब जी महाराज ने कि तो अमृत वेले हर हीले जागना है, किते इंज भी ना होवे कि तो सुत्ता ही रवे। मनुख दा नित नित दा सौना गुरु साहिब जी महाराजियां दी गुरबाणी सुचेत करदी है। एक दिन सौवन होए गो लांबे गुंड पसार। धार्मिक ग्रंथां ने ते इनू छोटी मौत भी मन्निया है रात नूं, कि छोटी मौत तो नित मरदा है, एक दिन ऐसा आऊगा कि पक्का ही तू सौ जाना है, तैनूं सब बुलाउणगे पर तू बोलना नहीं है। एक दिन सौवन होएगो लांबे गुंड पसार। छोटी मौत दसी है। गुरु नानक देव साहिब जी महाराज कहते ने अमृत वेले जागना है, बहुता सौना नहीं है। बहुता लम्मा सौण दे नाल की हुंदा है, क्योंकि जिहड़े सवाली मनुख हुंदे ने उन्हां दे सवाल बड़े हुंदे ने। अमृत वेले जागण दे नाल की हो जाता है, सारी रात सुते रहिए तो फिर की हो जाता है। गुरु नानक देव साहिब जी महाराज फिर समझाउंदे ने बहुता सौण दे नाल की हुंदा है।
ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਕਿ ਕੱਲ੍ਹ ਦੇ ਪ੍ਰਕਰਮ ਦੇ ਵਿੱਚ ਅਸੀਂ ਸੁਣਿਆ ਸੀ ਕੱਪੜੇ ਪਹਿਨਣ ਦੇ ਨਾਲ ਵਿਸ਼ੇ ਵਿਕਾਰ ਚੱਲਦੇ ਨੇ, ਖਾਣ ਪੀਣ ਦੇ ਨਾਲ ਵਿਸ਼ੇ ਵਿਕਾਰ ਚੱਲਦੇ ਨੇ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਬਹੁਤਾ ਲੰਮਾ ਟਾਈਮ ਸੁੱਤਾ ਹੀ ਰਹੇਗਾ, ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਬਹੁਤਾ ਸੌਣ ਦੇ ਨਾਲ ਵੀ ਮਨ ਵਿੱਚ ਵਿਸ਼ੇ ਵਿਕਾਰ ਚੱਲਦੇ ਨੇ। ਤੋ ਫਿਰ ਗੁਰੂ ਨਾਨਕ ਮਹਾਰਾਜ ਨੇ ਰਾਤ ਦਾ ਇੱਕ ਪਹਿਰ ਚੁਣ ਦਿੱਤਾ ਰੱਬ ਦੇ ਪਿਆਰੇ ਵਾਸਤੇ, ਅੰਮ੍ਰਿਤ ਵੇਲਾ। ਰਾਤ ਦਾ ਇੱਕ ਪਹਿਰ ਕਿ 3 ਪਹਿਰ ਤੋਂ ਸੌਂ ਕੇ ਗੁਜ਼ਾਰ ਲੈ, ਇੱਕ ਪਹਿਰ ਤੋਂ ਪਰਮਾਤਮਾ ਦੀ ਬੰਦਗੀ ਦੇ ਵਿੱਚ ਗੁਜ਼ਾਰ, ਜਾਗ ਕੇ ਗੁਜ਼ਾਰ। ਤੇ ਜੇ ਬਹੁਤਾ ਸੁੱਤਾ ਹੀ ਰਹੇਗਾ, ਅੰਮ੍ਰਿਤ ਵੇਲੇ ਵੀ ਤੂੰ ਸੁੱਤਾ ਹੀ ਰਹੇਗਾ, ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਸੁੱਤੇ ਪਏ ਬੰਦੇ ਨੂੰ ਕੌਣ ਪੜ੍ਹਾ ਜੂਗਾ ਕਿ ਜਾਗਦੇ ਨੂੰ ਤਾਂ ਸਾਰੇ ਕੁਝ ਨਾ ਕੁਝ ਸਿਖਾ ਦੇਣਗੇ। ਕਿਉਂਕਿ ਮਨੁੱਖ ਕਹਿ ਸਕਦਾ ਕਿ ਮੈਨੂੰ ਮਾੜੇ ਕਰਮ, ਮਾੜੀਆਂ ਗੱਲਾਂ, ਮਾੜੇ ਕੰਮਾਂ ਦਾ ਧਿਆਨ ਕਿੱਥੋਂ ਮਿਲਿਆ, ਸੁੱਤੇ ਪਏ ਨੂੰ ਕਿੱਥੋਂ ਮਿਲ ਜੂਗਾ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਬਹੁਤਾ ਸੌਣ ਦੇ ਨਾਲ ਵੀ ਮਨ ਵਿੱਚ ਵਿਸ਼ੇ ਵਿਕਾਰ ਪੈਦਾ ਹੁੰਦੇ ਨੇ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਗੁਰਬਾਣੀ ਨੂੰ ਨਿੱਤ ਪੜ੍ਹਨਾ ਹੈ, ਨਿੱਤ ਗੁਰਬਾਣੀ ਨੂੰ ਸੁਣਨਾ ਹੈ, ਅਮਲ ਕਰਨ ਦੇ ਵੀ ਯਤਨ ਕਰਨੇ ਨੇ। ਇਸੇ ਕਰਕੇ ਕਿਹਾ ਸੀ ਤਾਂ ਕਿ ਗੁਰਬਾਣੀ ਜਿਹੜਾ ਸਮਾਂ ਮਨੁੱਖ 'ਤੇ ਆਉਣਾ ਹੈ, ਉਹ ਸਾਰੀਆਂ ਗੱਲਾਂ ਬਾਰੇ ਗੁਰਬਾਣੀ ਮਨੁੱਖਤਾ ਨੂੰ ਸੁਚੇਤ ਕਰ ਦਿੰਦੀ ਹੈ। ਇਸੇ ਕਾਰਨ ਜਦੋਂ ਗੁਰਬਾਣੀ ਦੇ ਇਹ ਵਿਸ਼ੇ ਨੂੰ ਮੁੱਖ ਰੱਖ ਲੈਂਦਾ ਬੰਦਾ, ਇਹਦੇ ਅਰਥ ਬੋਧ ਦੇ ਵਿੱਚ ਖੋ ਜਾਂਦਾ ਹੈ, ਉਹ ਗੁਰਬਾਣੀ ਨੂੰ ਬਹੁਤਾ ਨਜ਼ਦੀਕ ਤੋਂ ਲੈਣ ਵਾਲਾ ਬੰਦਾ ਫਿਰ ਸਮਾਜ ਦੇ ਵਿੱਚ ਕੋਈ ਵੀ ਚੀਜ਼ ਪੈਦਾ ਹੁੰਦੀ ਹੈ ਉਹਨੂੰ ਗਲਤ ਕਦੇ ਨਹੀਂ ਕਹਿੰਦਾ, ਉਹਨੂੰ ਗਲਤ ਕਦੇ ਵੀ ਨਹੀਂ ਕਹਿੰਦਾ। ਉਹ ਇਸੇ ਕਾਰਨ ਕਰਕੇ ਨਹੀਂ ਕਹਿੰਦਾ ਕਿਉਂਕਿ ਆਹ ਜਿਹੜੀਆਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀਆਂ ਬਾਤਾਂ ਨੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਹੁਕਮ ਹੈ, ਉਹਦੇ ਚੇਤੇ ਹੁੰਦਾ ਹੈ। ਤੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਚੌਥਾ ਪਹਿਰ ਰਾਤ ਦਾ ਚੁਣ ਦਿੱਤਾ ਹੈ ਕਿ ਤੂੰ ਅੰਮ੍ਰਿਤ ਵੇਲੇ ਜਾਗਣਾ ਹੀ ਜਾਗਣਾ ਹੈ, ਤਾਂ ਕਿ ਬਹੁਤਾ ਸੌਣ ਦੇ ਨਾਲ ਤੇਰੇ ਅੰਦਰ ਵਿਸ਼ੇ ਵਿਕਾਰ ਕਿਤੇ ਪੈਦਾ ਨਾ ਹੋ ਜਾਣ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਇਸ ਹੁਕਮ ਨੂੰ ਬਹੁਤ ਸਾਰੀ ਦੁਨੀਆ ਜਿਹੜੀ ਹੈ ਉਹ ਮੰਨਦੀ ਹੈ। ਬਹੁਤ ਹੁਕਮ ਐਸੇ ਨੇ ਗੁਰੂ ਨਾਨਕ ਮਹਾਰਾਜ ਦੇ ਅਕਾਲ ਪੁਰਖ ਦੇ, ਜਿਹੜੇ ਤਮਾਮ ਸਾਰੇ ਗੁਰਸਿੱਖ ਰੱਬ ਦੇ ਪਿਆਰੇ ਬੜੇ ਸੁਚੱਜੇ ਢੰਗ ਦੇ ਨਾਲ ਮੰਨਦੇ ਨੇ। ਜਿਨ੍ਹਾਂ ਨੇ ਹੁਕਮ ਨੂੰ ਮੰਨ ਲਿਆ, ਉਹ ਹੁਕਮ ਮੰਨ ਕੇ ਇਸ ਗੁਰੂ ਨਾਨਕ ਦੇ ਜਿਹੜਾ ਅਕਾਲ ਪੁਰਖ ਨੇ ਜਹਾਜ਼ ਤਿਆਰ ਕੀਤਾ, ਇਸ ਜਹਾਜ਼ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ, ਥਾਂ ਮਿਲ ਜਾਂਦੀ ਹੈ। ਇਸ ਜਹਾਜ਼ ਦੇ ਵਿੱਚ ਬਿੰਦਰਾਵਨ ਦੇ ਰਹਿਣ ਵਾਲੇ ਭਗਤ ਸੂਰਦਾਸ ਜੀ ਬਚਪਨ ਤੋਂ ਹੀ ਨੇਤਰਹੀਨ ਸਨ, ਪਰ ਵਡਿਆਈਆਂ ਸੁਣੀਆਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀਆਂ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀਆਂ, ਗੁਰੂ ਨਾਨਕ ਮਹਾਰਾਜ ਜੀ ਦੀਆਂ। ਵਡਿਆਈਆਂ ਸੁਣ ਕੇ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਜਹਾਜ਼ ਤਿਆਰ ਕਰ ਰਹੇ ਨੇ ਨਾਮ ਬਾਣੀ ਦਾ, ਤੇ ਉਸ ਦੇ ਵਿੱਚ ਅਸਵਾਰੀ ਅਸੀਂ ਵੀ ਕਰਕੇ ਦੇਖੀਏ। ਨੇਤਰਹੀਨ ਬਿੰਦਰਾਵਨ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਹਰਿਮੰਦਰ ਸਾਹਿਬ ਪਹੁੰਚਣ ਵਾਸਤੇ ਉਹਨਾਂ ਨੇ ਉਦਮ ਉਪਰਾਲਾ ਕੀਤਾ। ਰਸਤੇ ਦੇ ਵਿੱਚ ਉੱਥੋਂ ਚੱਲੇ ਨੇ ਤਕਰੀਬਨ 5.5 ਮਹੀਨੇ ਸੂਰਦਾਸ ਨੂੰ ਬਿੰਦਰਾਵਨ ਤੋਂ ਹਰਿਮੰਦਰ ਸਾਹਿਬ ਪਹੁੰਚਦਿਆਂ ਨੂੰ ਲੱਗ ਗਏ ਸਨ।
5.5 ਮਹੀਨੇ ਤੁਰ ਕੇ ਆਏ। ਕੋਈ ਇੱਥੋਂ ਬਾਂਹ ਪਕੜਿਆ ਕਰੇ 1-2 ਕਿਲੋਮੀਟਰ ਤੇ ਉਹ ਛੱਡ ਦਿਆ ਕਰੇ, ਅਗਾਹਾਂ ਕੋਈ ਹੋਰ ਬਾਂਹ ਪਕੜ ਲਿਆ ਕਰੇ, ਫਿਰ ਉੱਥੋਂ ਕੋਈ ਬਾਂਹ ਛੱਡਿਆ ਕਰੇ ਅਗਾਹਾਂ। ਕਿਉਂਕਿ ਪੁਰਾਣੇ ਸਮੇਂ ਦਾ ਜਵਾਨਾ ਲੋਕ ਇਮਾਨਦਾਰ, ਬਹੁਤੇ ਇਮਾਨਦਾਰ ਸਨ, ਸਹਾਇਤਾ ਕਰਨ ਵਾਲੇ ਮਦਦਗਾਰ ਲੋਕ ਸਨ। 5.5 ਮਹੀਨਿਆਂ ਦਾ ਸਫ਼ਰ ਤੈਅ ਕਰਕੇ ਸੂਰਦਾਸ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਨੇ। ਉਸ ਵਕਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀਆਂ ਦੀ ਗੱਦੀ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਉਹਨਾਂ ਦੇ ਕੋਲ ਬਹੁਤ ਸਾਰੇ ਭਗਤ ਬੈਠੇ ਸਨ, ਜਿਹੜੇ ਆਪੇ ਆਪੋ ਆਪਣੀ ਰਚਨਾ ਨੂੰ ਲੈ ਕੇ ਗੁਰੂ ਸਾਹਿਬ ਜੀ ਮਹਾਰਾਜੀਆਂ ਦੇ ਕੋਲ ਆਏ। ਉਹ ਰਚਨਾ ਨੂੰ ਲੈ ਕੇ ਆਏ ਸਭ ਹੀ ਆਪੋ ਆਪਣੀ। ਤੇ ਇਹ ਸੂਰਦਾਸ ਸੀ ਜਿਹੜੇ, ਇਹ ਬਿਲਕੁਲ ਇਹਨਾਂ ਦੇ ਜਿਹੜੇ ਵਸਤਰ ਸੀਗੇ ਉਹ ਬਹੁਤ ਮੈਲੇ ਕੁਚੈਲੇ ਅਤੇ ਫਟੇ ਹੋਏ ਵਸਤਰ ਇਹਨਾਂ ਦੇ ਪਾਏ ਹੋਏ ਸਨ, ਕਿਉਂਕਿ 5.5 ਮਹੀਨਿਆਂ ਤੋਂ ਬਿੰਦਰਾਵਨ ਤੋਂ ਚੱਲੇ ਸਨ। ਥੱਕੇ ਬਿਲਕੁਲ ਸਰੀਰ ਨਾਕਾਮ ਹੋ ਚੁੱਕਿਆ ਸੀ। ਇੱਕ ਤੇ ਸਫ਼ਰ ਇੰਨਾ, ਦੂਸਰਾ ਨੇਤਰਾਂ ਤੋਂ ਨੇਤਰਹੀਨ, ਦਿਸਦਾ ਨਹੀਂ ਸੀ। ਪਿਛਾਂ ਹੀ ਬੈਠ ਗਏ ਤੇ ਜਿਹੜੇ ਭਗਤ ਆਪੋ ਆਪਣੇ ਬਾਣੀ ਲੈ ਕੇ ਆਉਂਦੇ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਹਿਬ ਨੂੰ ਕਹੀ ਜਾਂਦੇ ਨੇ, ਭਾਈ ਨਹੀਂ, ਇਸ ਦੇ ਵਿੱਚ ਜਿਹੜਾ ਮੈਂ ਸ਼ਬਦ ਵਾਲਾ ਮੈਂ ਸ਼ਬਦ ਹੈ ਇਹ ਕਦੇ ਨਹੀਂ ਵਰਤਿਆ ਜਾਵੇਗਾ, ਇਹਦੇ ਵਿੱਚ ਤੂੰ ਸ਼ਬਦ ਵਰਤਿਆ ਜਾਵੇਗਾ। ਭਗਤ ਕੀਨਾ ਜੀ ਹੋਰ ਭਗਤਾਂ ਨੂੰ ਜਵਾਬ ਦਿੱਤਾ। ਇਹ ਭਗਤ ਸੂਰਦਾਸ ਵੀ ਉੱਥੇ ਹੀ ਬੈਠੇ ਸਨ ਸੰਗਤ ਤੋਂ ਪਿਛਾਂ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਪਤਾ ਸੀ ਇਸ ਗੱਲ ਦਾ। ਕਹਿਣ ਲੱਗੇ, ਭਗਤ ਜੀ ਤੁਸੀਂ ਵੀ ਆਪਣੇ ਕੋਈ ਬਚਨ ਸੁਣਾਓ, ਜਿਹੜੇ ਬਚਨ ਜੇ ਪੂਰਨ ਬ੍ਰਹਮ ਗਿਆਨ ਦੇ ਹੋਏ ਤੇ ਉਹ ਇਸ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤੇ ਜਾਣਗੇ। ਜਿਹੜੇ ਵੱਡੇ ਵੱਡੇ ਲੋਕ ਬੈਠੇ ਸਨ, ਕਹਿੰਦੇ ਕਮਾਲ ਦੀ ਗੱਲ ਹੈ, ਫਟੇ ਪੁਰਾਣੇ ਬਸਤਰ ਨੇ, ਠੱਕੇ ਟੁੱਕੇ ਆਏ ਨੇ, ਨੇਤਰਹੀਨ ਨੇ, ਉਹਨਾਂ ਤੋਂ ਕਹਿੰਦੇ ਨੇ ਕਿ ਤੁਸੀਂ ਆਪਣੀ ਗੁਰਬਾਣੀ ਉਚਾਰਨ ਕਰੋ। ਕਿਉਂਕਿ ਦੁਨੀਆ ਹਮੇਸ਼ਾ ਉਹੀ ਦੇਖਦੀ ਹੈ ਜੋ ਇਹਨਾਂ ਨੂੰ ਦੋ ਨੇਤਰਾਂ ਦੇ ਨਾਲ ਨਜ਼ਰ ਆਉਂਦਾ ਹੈ। ਅਕਾਲ ਪੁਰਖ ਮਹਾਰਾਜ ਜੀ ਉਹ ਦੇਖਦੇ ਨੇ ਜੋ ਦੁਨੀਆ ਨੂੰ ਦੋ ਨੇਤਰਾਂ ਦੇ ਨਾਲ ਨਜ਼ਰ ਨਹੀਂ ਆਉਂਦਾ, ਜੈਸਾ ਮਨੁੱਖ ਅੰਦਰੋਂ ਹੈ। ਬਾਹਰੋਂ ਤੇ ਦੁਨੀਆ ਇੱਕ ਦੂਸਰੇ ਨੂੰ ਦੇਖਦੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਗਤ ਜੀ ਤੁਸੀਂ ਵੀ ਕੁਛ ਆਪਣੀ ਰਸਨਾ ਤੋਂ ਬੋਲੋ, ਅਸੀਂ ਤੁਹਾਡੇ ਬੋਲ ਸੁਣਨਾ ਚਾਹੁੰਦੇ ਹਾਂ। ਜਦ ਇਹ ਗੱਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਹੀ ਤੇ ਸੂਰਦਾਸ ਜੀਆਂ ਦੇ ਬਚਨ ਜਵਾਨ ਦੇ ਵਿੱਚੋਂ ਨਿਕਲੇ, ਛਾੜ ਮਨ ਹਰ ਵਿਮੁਖਨ ਕੋ ਸੰਗ। ਇੰਨੇ ਬਚਨ ਨਿਕਲਿਆ। ਇੰਨਾ ਬਚਨ ਨਿਕਲ ਕੇ ਤੇ ਭਗਤ ਸੂਰਦਾਸ ਜੀਆਂ ਦੀ ਸਮਾਧੀ ਲੱਗ ਗਈ। ਦੁਨੀਆ ਮਹਿਲਾਂ ਦੇ ਵਿੱਚ ਰਹਿੰਦੀ ਹੈ, ਬਹੁਤੇ ਪਦਾਰਥ ਨੇ, ਬਹੁਤੀਆਂ ਸਹੂਲਤਾਂ ਨੇ, ਸਮਾਧੀ ਫਿਰ ਵੀ ਨਹੀਂ ਲੱਗਦੀ। ਇੱਕ ਸੂਰਦਾਸ ਭਗਤ ਹੈ ਜਿਸ ਦੇ ਕੋਲ ਕੋਈ ਮਹਿਲ ਨਹੀਂ, ਕੋਈ ਸਹੂਲਤ ਨਹੀਂ, ਕੋਈ ਚੰਗੇ ਵਸਤਰ ਨਹੀਂ, ਨੇਤਰਾਂ ਤੋਂ ਵੀ ਹੀਨ ਨੇ, ਫਿਰ ਵੀ ਪਰਮਾਤਮਾ ਦੇ ਚਰਨਾਂ ਵਿੱਚ ਸਮਾਧੀ ਲੱਗ ਗਈ। ਇੰਨਾ ਕਹਿ ਕੇ ਜਦ ਸਮਾਧੀ ਲੱਗ ਗਈ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਸਾਰੀ ਸੰਗਤ ਵੀ ਬੈਠੇ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਪਤਾ ਸੀ ਕਿ ਸਮਾਧੀ ਲੀਨ ਇਹ ਭਗਤ ਜੀ ਹੋ ਗਏ ਨੇ। ਐਸਾ ਜਦ ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਦ ਗੁਰੂ ਕਾ ਲੰਗਰ ਤਿਆਰ ਹੋ ਗਿਆ, ਲੰਗਰ ਵਾਸਤੇ ਬੇਨਤੀ ਆਈ, ਉਹ ਵੀ ਅਖਤਿਆਰ ਹੋ ਗਿਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ ਬੇਨਤੀ ਆਈ, ਮਹਾਰਾਜ ਤੁਸੀਂ ਭੋਜਨ ਛਕ ਲਓ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ
ਭਗਤ ਸੂਰਦਾਸ ਇੰਨੇ ਬਚਨ ਕਹਿ ਕੇ ਸਮਾਧੀ ਲਾ ਗਿਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਫਿਰ ਭਗਤ ਸੂਰਦਾਸ ਜੀਆਂ ਦੇ ਪ੍ਰਤੀ ਬਚਨ ਉਚਾਰਨ ਕੀਤੇ। ਸਾਰੰਗ ਰਾਗ ਦੇ ਵਿੱਚ ਸਾਰੰਗ ਮਹੱਲਾ ਪੰਜਵਾ। ਸੂਰਦਾਸ ਛਾੜ ਮਨ ਹਰਿ ਵਿਮੁਖਨ ਕੋ ਸੰਗ, ਹਰ ਕੇ ਸੰਗ ਵਸੇ ਹਰ ਲੋਕ, ਤਨ ਮਨ ਅਰਪ ਸਰਬ ਸੰ ਧਿਆਇਓ, ਅੰਧ ਸਹਿ ਤੁਨ ਚੋਕ, ਸਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉ ਕੁਸ਼ਟੀ ਤਨ ਜੋਕ। ਇਹ ਸਾਰਾ ਸ਼ਬਦ ਉਚਾਰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ। ਸਿਆਮ ਸੁੰਦਰ ਤਜ ਆਣ ਜੋ ਚਾਹਤ, ਜਿਉ ਕੁਸ਼ਟੀ ਤਨ ਜੋਕ। ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਜਦ ਸੂਰਦਾਸ ਜੀਆਂ ਨੇ ਸਮਾਧੀ ਦੇ ਵਿੱਚੋਂ ਬਾਹਰ ਆਏ ਤੇ ਸੂਰਦਾਸ ਜੀਆਂ ਨੂੰ ਕਹਿਣ ਲੱਗੇ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਗਤ ਜੀ ਤੁਹਾਡਾ ਜਿਹੜਾ ਬਚਨ ਸੀ ਉਹ ਬਚਨ ਇਸ ਧਾਰਮਿਕ ਗ੍ਰੰਥ ਦੇ ਵਿੱਚ ਲਿਖ ਦਿੱਤਾ ਗਿਆ ਹੈ, ਜੋ ਤੁਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਉਚਾਰਨ ਕੀਤਾ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਜਿਹੜਾ ਸ਼ਬਦ ਉਚਾਰਨ ਕੀਤਾ, ਇਹ ਸ਼ਬਦ ਦੇ ਵਿੱਚ ਸ਼ਿਆਮ ਸੁੰਦਰ ਤਜ ਆਣ ਜੋ ਚਾਹਤ, ਜਿਉ ਕੁਸ਼ਟੀ ਤਨ ਜੋਕ। ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਸ਼ਬਦ ਦੇ ਵਿੱਚ ਕਿਹਾ, ਕਹਿੰਦੇ ਜਿਹੜਾ ਮਨੁੱਖ ਕੋਹੜੀ ਹੋ ਜਾਂਦਾ ਹੈ, ਪੁਰਾਤਨ ਸਮਿਆਂ ਦੇ ਵਿੱਚ ਜਿਹੜੇ ਕੋਹੜੀ ਮਨੁੱਖ ਦਾ ਇਲਾਜ ਕਰਦੇ ਸਨ, ਉਹ ਕੋਹੜੀ ਮਨੁੱਖ ਦਾ ਇਲਾਜ ਕੀਤਾ ਜਾਂਦਾ ਸੀ ਇੱਕ ਜੋਕ ਪਕੜ ਕੇ ਤੇ ਕੋਹੜੀ ਮਨੁੱਖ ਦੇ ਸਰੀਰ 'ਤੇ ਛੱਡ ਦਿੱਤੀ ਜਾਂਦੀ ਸੀ, ਕਿਉਂਕਿ ਕੋਹੜੀ ਮਨੁੱਖ ਦਾ ਜਿਹੜਾ ਖੂਨ ਹੈ ਉਹ ਬਹੁਤ ਮਿਠਾਸ ਭਰਿਆ ਹੋ ਜਾਂਦਾ ਹੈ ਤੇ ਉਹ ਮਿਠਾਸ ਭਰੇ ਖੂਨ ਨੂੰ ਜੋਕ ਬੜੇ ਸੁਚੱਜੇ ਢੰਗ ਦੇ ਨਾਲ ਖਿੱਚਦੀ ਹੈ। ਤੇ ਜਿਹੜੇ ਪੁਰਾਣੇ ਵੈਦ ਹਕੀਮ ਹੁੰਦੇ ਸਨ, ਉਹ ਵੈਦ ਹਕੀਮ ਇੰਝ ਇਲਾਜ ਕਰਦੇ ਸਨ ਕਿ ਕੋਹੜੀ ਬੰਦੇ ਦੇ ਬਹੁਤ ਸਾਰੀਆਂ ਜੋਕਾਂ ਸਰੀਰ 'ਤੇ ਛੱਡ ਦਿੰਦੇ। ਉਹ ਜੋਕ ਜਿਹੜੀ ਹੁੰਦੀ ਸੀ, ਕੋਹੜੀ ਬੰਦੇ ਦਾ ਸਾਰਾ ਖੂਨ ਸੀ ਜਿਹੜਾ, ਉਹ ਪੀ ਜਾਂਦੀਆਂ ਸਨ ਅਤੇ ਉਹਦਾ ਨਵਾਂ ਖੂਨ ਬਣਨਾ ਸ਼ੁਰੂ ਹੋ ਜਾਂਦਾ ਸੀ, ਜਿਹਦੇ ਕਾਰਨ ਕਰਕੇ ਉਸ ਬੰਦੇ ਦਾ ਕੋਹੜ ਕੱਟਿਆ ਜਾਂਦਾ ਸੀ। ਇਸ ਤਰ੍ਹਾਂ ਪੁਰਾਣੇ ਵੈਦ ਹਕੀਮ ਸੀ ਜਿਹੜੇ, ਉਹ ਕੋਹੜੀ ਬੰਦਿਆਂ ਦਾ ਇਲਾਜ ਕਰਦੇ ਸੀ। ਜਿਉ ਕੁਸ਼ਟੀ ਤਨ ਜੋਕ। ਔਰ ਇਹ ਜੋਕ ਜਿਹੜੀ ਸੀ, ਫਿਰ ਉਹ ਕੋਹੜੀ ਬੰਦੇ ਦਾ ਖੂਨ ਮਿੱਠਾ ਹੁੰਦਾ ਹੈ, ਉਹਨਾਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਰੱਜ ਰੱਜ ਕੇ ਪੀਂਦੀਆਂ ਨੇ। ਗਜਬ ਦੀ ਗੱਲ ਹੈ ਕਿ ਜਦੋਂ ਇਹ ਜੋਕ ਕੋਹੜੀ ਬੰਦੇ ਦਾ ਮਿਠਾਸ ਭਰਿਆ ਖੂਨ ਰੱਜ ਰੱਜ ਕੇ ਪੀ ਜਾਂਦੀਆਂ ਨੇ, ਬਾਅਦ ਦੇ ਵਿੱਚ ਤੜਫ ਤੜਫ ਕੇ ਮਰ ਜਾਂਦੀਆਂ ਨੇ। ਬਾਅਦ ਵਿੱਚ ਤੜਫ ਤੜਫ ਕੇ ਮਰ ਜਾਂਦੀਆਂ ਨੇ। ਸਿਆਮ ਸੁੰਦਰ ਤਜ ਆਣ ਜੋ ਚਾਹਤ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਬਚਨ ਨੇ, ਸ਼ਿਆਮ ਸੁੰਦਰ ਤਜ ਆਣ ਜੋ ਚਾਹਤ, ਜਿਉ ਕੁਸ਼ਟੀ ਤਨ ਜੋਕ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜੇ ਸ਼ਿਆਮ ਸੁੰਦਰ ਨੂੰ, ਪਰਮਾਤਮਾ ਨੂੰ ਤਜ ਕੇ, ਪਰਮਾਤਮਾ ਨੂੰ ਤਜ ਕੇ ਜੇ ਇਹ ਮਿਠਾਸ ਭਰਿਆ ਖੂਨ ਪੀ ਰਿਹਾ ਤਾਂ ਸਮਝ ਲੈ ਤੈਨੂੰ ਤੜਫ ਤੜਫ ਕੇ ਆਪਣੀ ਜਾਨ ਦੇਣੀ ਪਊਗੀ। ਮਿਠਾਸ ਭਰਿਆ ਖੂਨ ਕੀ ਹੈ? ਜੋਕ ਨੂੰ ਕੀ ਚੰਗਾ ਲੱਗਦਾ? ਉਹਨੂੰ ਕੋਹੜੀ ਦਾ ਖੂਨ ਚੰਗਾ ਲੱਗਦਾ, ਮਿਠਾਸ ਭਰਿਆ ਜੋ ਹੈ। ਤੇ ਮਨੁੱਖ ਨੂੰ ਕੀ ਚੰਗਾ ਲੱਗਦਾ? ਪਰਮਾਤਮਾ ਨੂੰ ਤਜ ਕੇ, ਪਰਮਾਤਮਾ ਨੂੰ ਛੱਡ ਕੇ ਮਨੁੱਖ ਨੂੰ ਕੀ ਚੰਗਾ ਲੱਗਦਾ ਹੈ? ਮਨੁੱਖ ਨੂੰ ਇਹ ਸਾਰੇ ਦੇ ਸਾਰੇ ਪਦਾਰਥ ਬੜੇ ਮਿਠਾਸ ਭਰੇ ਲੱਗਦੇ ਨੇ। ਜਿੰਨੀਆਂ ਪਰਮਾਤਮਾ ਨੇ ਦਾਤਾਂ ਦਿੱਤੀਆਂ ਨੇ, ਇਹ ਦਾਤਾਂ ਬੜੀਆਂ ਚੰਗੀਆਂ ਲੱਗਦੀਆਂ ਨੇ। ਦਾਤਾ ਕੋਈ ਬਹੁਤਾ ਚੰਗਾ ਨਹੀਂ ਲੱਗਦਾ। ਦਾਤ ਪਿਆਰੀ ਵਿਸਰਿਆ ਦਾਤਾਰ ਹੈ, ਦਾਤ ਤੇ ਪਿਆਰੀ ਹੈ, ਦਾਤਾ ਬਹੁਤਾ ਚੰਗਾ ਨਹੀਂ ਲੱਗਦਾ। ਕਿਉਂਕਿ ਜਦ ਮਨੁੱਖ ਨੇ ਬੇਈਮਾਨੀ ਕਰਨੀ ਹੈ, ਕਿਸੇ ਦਾ ਹੱਕ ਮਾਰਨਾ ਹੈ, ਠੱਗੀ ਕਰਨੀ ਹੈ, ਚੋਰੀ ਕਰਨੀ ਹੈ, ਦਾਤੇ ਨੂੰ ਇੱਕ ਪਾਸੇ ਕਰ ਦਿੰਦਾ ਹੈ। ਵਰਨਾ ਜੇ ਪਰਮਾਤਮਾ ਨਾਲ ਹੋਇਆ ਤੇ ਕਰਮ ਨਹੀਂ ਕਰ ਸਕਦਾ। ਪਰਮਾਤਮਾ ਦੇ ਨਾਮ ਨੂੰ ਛੱਡ ਕੇ, ਤਜ ਕੇ
ਜੋ ਵੀ ਤੈਨੂੰ ਮਿਠਾਸ ਭਰੇ ਕੰਮ ਲੱਗ ਰਹੇ ਨੇ ਕਿ ਮੈਂ ਇਹ ਕਰਮ ਜਿਹੜੇ ਹੈ ਇਹ ਕਰਮ ਬੜੇ ਵਧੀਆ ਕਰ ਰਿਹਾ, ਬੜੇ ਮੈਨੂੰ ਕਰਨੇ ਚੰਗੇ ਲੱਗਦੇ ਨੇ, ਮਿਠਾਸ ਭਰੇ ਨੇ। ਕਈ ਤੇ ਇਹੋ ਜਿਹੇ ਕਰਮ ਕਰਦੇ ਰਹਿੰਦੇ ਨੇ, ਉਹ ਸਾਰੀ ਜ਼ਿੰਦਗੀ ਇੱਕ ਕਰਮ ਨੂੰ ਛੱਡਣਾ ਹੀ ਨਹੀਂ ਚਾਹੁੰਦੇ, ਸਾਰੀ ਜ਼ਿੰਦਗੀ ਨਹੀਂ ਛੱਡਣਾ ਚਾਹੁੰਦੇ। ਕਹਿੰਦੇ ਜੀ ਚੰਗਾ ਕਰਮ ਹੈ, ਤਾਂ ਉਹਦੇ ਚੰਗਾ ਕਰਮ ਹੈ ਤੇ ਫਿਰ ਇਹਦੇ ਵਿੱਚੋਂ ਤੈਨੂੰ ਰਸ ਮਿਲਣਾ ਚਾਹੀਦਾ ਸੀ। ਕਰਮ ਤੇ ਚੰਗਾ ਹੈ, ਪਰ ਇੱਕੋ ਹੀ ਜਗ੍ਹਾ ਤੇ ਬੈਠ ਗਏ, ਇੱਕੋ ਜਗ੍ਹਾ ਤੇ ਥੋੜ੍ਹੇ ਟਾਈਮ ਵਾਸਤੇ ਖੜਿਆ ਹੋਇਆ ਪਾਣੀ ਵੀ ਬਦਬੂਦਾਰ ਹੋ ਜਾਂਦਾ ਹੈ। ਜ਼ਿੰਦਗੀ ਦੇ ਵਿੱਚੋਂ ਕਦੇ ਖੁਸ਼ਬੂ ਨਹੀਂ ਆਏਗੀ ਜਿਹਦੀ ਇੱਕ ਜਗ੍ਹਾ ਤੇ ਜ਼ਿੰਦਗੀ ਖੜੀ ਹੈ। ਗੁਰੂ ਸਾਹਿਬ ਜੀ ਮਹਾਰਾਜ ਨੇ ਐਲਾਨੀਆਂ ਕਿਹਾ, ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਈ। ਜਿਹੜੇ ਬੰਦੇ ਅੱਜ ਤੋਂ 20 ਸਾਲ ਪਹਿਲਾਂ ਜਿੱਥੇ ਖੜੇ ਸੀ ਅੱਜ ਵੀ ਉੱਥੇ ਹੀ ਖੜੇ ਨੇ, ਅੱਜ ਤੋਂ 40 ਸਾਲ ਪਹਿਲਾਂ ਜਿੱਥੇ ਖੜੇ ਸੀ ਅੱਜ ਵੀ ਉੱਥੇ ਹੀ ਖੜੇ ਨੇ। ਸਾਰੇ ਦੇ ਸਾਰੇ ਕਰਮ ਮਨੁੱਖ ਕਰਦਾ ਹੈ, ਪਰ ਇੱਕ ਕਰਮ ਨੂੰ ਲੈ ਕੇ ਬਹਿ ਜਾਂਦਾ ਜੀ ਇਹ ਚੰਗਾ ਕਰਮ ਹੈ, ਉਸੇ ਕਰਮ ਤੇ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ, ਇੱਕੋ ਜਗ੍ਹਾ ਤੇ ਖੜਾ, ਇੱਕੋ ਜਗ੍ਹਾ ਤੇ। ਕਿਉਂਕਿ ਉਸ ਕਰਮ ਦੇ ਵਿੱਚੋਂ ਇਹਨੂੰ ਬੜੀ ਮਿਠਾਸ ਆਉਂਦੀ ਹੈ। ਸ਼ਾਇਦ ਹੋ ਸਕਦਾ ਹੈ ਕਿ ਦੁਨੀਆ ਦੇ ਵਿੱਚ ਕੁਝ ਨਾ ਕੁਝ ਤਖੱਲਸ ਵੀ ਮਿਲ ਜਾਣ, ਦੁਨੀਆ ਤਖੱਲਸ ਦਿੰਦੀ ਹੈ। ਇੱਕੋ ਜਗ੍ਹਾ ਤੇ ਜਦ ਖੜਾ ਰਵੇ ਬੰਦਾ, ਉਹਨੂੰ ਦੁਨੀਆ ਤਖੱਲਸ ਦਿੰਦੀ ਹੈ, ਬਹੁਤ ਵਧੀਆ ਤਖੱਲਸ ਦਿੰਦੀ ਹੈ ਦੁਨੀਆ ਉਹਨਾਂ ਨੂੰ। ਕੀ ਤਖੱਲਸ ਮਿਲਦਾ ਹੈ? ਕਿਤੇ ਬੰਦਾ ਬਹੁਤ ਚੰਗਾ ਹੈ, ਜਦੋਂ ਦੁਨੀਆ ਨੇ ਕਹਿਤਾ ਵੀ ਚੰਗਾ ਹੈ ਤੇ ਮਨੁੱਖ ਸਮਝਦਾ ਹੈ ਕਿ ਇਹ ਕਰਮ ਕਰਕੇ ਹੀ ਮੈਂ ਚੰਗਾ ਬਣਿਆ। ਉਹ ਜਿਹੜੀ ਦੁਨੀਆ ਦੀ ਮਿਠਾਸ ਭਰੀ ਆਵਾਜ਼ ਬੰਦੇ ਪ੍ਰਤੀ ਆਉਂਦੀ ਹੁੰਦੀ ਹੈ ਨਾ, ਉਹ ਸਮਝ ਲੈਣਾ ਕਿ ਕੋੜੀ ਬੰਦੇ ਦਾ ਖੂਨ ਹੈ। ਮਾਫ ਕਰਨਾ, ਕਿਸੇ ਭਗਤ ਨੂੰ ਅੱਜ ਤੱਕ ਦੁਨੀਆ ਨੇ ਲਵੇ ਨਹੀਂ ਲੱਗਣ ਦਿੱਤਾ। ਜਿੰਨੇ ਸੂਰਮੇ ਹੋਏ ਨੇ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ। ਅੱਜ ਤੱਕ ਕਿਹੜਾ ਭਗਤ, ਕਿਹੜਾ ਅਵਤਾਰੀ ਪੁਰਖ ਹੈ ਜਿਹੜਾ ਦੁਨੀਆ ਨੇ ਪ੍ਰਵਾਨ ਕੀਤਾ ਹੋਵੇ? ਕੋਈ ਨਹੀਂ ਪ੍ਰਵਾਨ ਕੀਤਾ। ਇਹ ਮਿਠਾਸ ਭਰੀਆਂ ਆਵਾਜ਼ਾਂ ਜਦ ਆਉਣ ਲੱਗ ਜਾਂਦੀਆਂ ਨੇ ਨਾ, ਤੇ ਫਿਰ ਬੰਦਾ ਸਮਝਦਾ ਹੈ ਕਿ ਹੁਣ ਮੈਨੂੰ ਇਸੇ ਕਰਮ ਦੇ ਵਿੱਚ ਹੀ ਮੈਨੂੰ ਬਹੁਤ ਵੱਡੀ ਮਾਨਤਾ ਮਿਲਣੀ ਹੈ, ਤੇ ਉਸੇ ਕਰਮ ਦਾ ਹੀ ਉਹਨੂੰ ਹੰਕਾਰ ਹੋ ਜਾਂਦਾ ਹੈ, ਤੇ ਹੰਕਾਰ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਹੰਕਾਰ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਇਹੋ ਜਿਹੇ ਹੰਕਾਰੀ ਬੰਦਿਆਂ ਦਾ ਦੁਨੀਆ ਦੇ ਵਿੱਚ ਧਾਰਮਿਕ ਅਸਥਾਨਾਂ ਤੇ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਬਹੁਤ ਵੱਡੀਆਂ ਵੱਡੀਆਂ ਲਾਈਨਾਂ। ਨਿਤਨੇਮ ਦਾ ਹੰਕਾਰ, ਮਾਫ ਕਰਨਾ, ਕਥਾ ਦਾ ਹੰਕਾਰ, ਕੀਰਤਨ ਦਾ ਹੰਕਾਰ, ਗੁਰੂ ਘਰ ਦੇ ਵਿੱਚ ਜਿੰਨਾ ਮਨੁੱਖ ਜਿਹੜੇ ਜਿਹੜੇ ਕਰਮ ਕਰਦੇ ਨੇ ਸਭ ਦਾ ਹੰਕਾਰ। ਨਿਤਨੇਮ ਤੇ ਹੰਕਾਰੀ ਹੋ ਜਾਂਦਾ ਹੈ, ਐਸਾ ਨਹੀਂ ਹੈ ਨਹੀਂ ਹੁੰਦਾ। ਐਲਾਨੀਆਂ ਜ਼ਿੰਦਗੀ ਦੇ ਵਿੱਚ ਇਹ ਘਟਨਾ ਵਾਪਰੀ ਸੀ। ਇੱਕ ਮਨੁੱਖ ਲਗਾਤਾਰ 25 ਸਾਲ ਤੋਂ ਨਿਤਨੇਮ ਕਰਦਾ ਸੀ ਇੱਕ ਗੁਰੂ ਘਰ ਵਿੱਚ, ਲਗਾਤਾਰ 25 ਸਾਲ ਤੋਂ। ਉਹ ਕਦੇ ਹੱਥ ਦੇ ਵਿੱਚ ਗੁਟਕਾ ਨਹੀਂ ਚੱਕਦਾ ਸੀ। ਆ ਕੇ ਨਿਤਨੇਮ, ਪੰਜੇ ਬਾਣੀਆਂ ਦਾ ਨਿਤਨੇਮ ਕੰਠ ਰੂਪ ਦੇ ਵਿੱਚ ਹੀ ਕਰ ਦਿੰਦਾ ਸੀ। ਇੱਕੋ ਲੈ ਦੇ ਵਿੱਚ ਚੱਲਣਾ, ਹਨੇਰੀ ਆਵੇ ਭਾਵੇਂ ਮੀਂਹ ਆਵੇ, ਜੋ ਮਰਜ਼ੀ ਆਵੇ, ਤਕਰੀਬਨ 1.5-2 ਕਿਲੋਮੀਟਰ ਤੋਂ ਚੱਲ ਕੇ ਉਹਨੇ ਗੁਰਦੁਆਰੇ ਆਉਣਾ ਹੁੰਦਾ ਸੀ। ਪੱਕਾ ਟਾਈਮ ਦਾ, ਕੁਛ ਵੀ ਹੋ ਜੇ ਪਰ ਕਦੇ ਉਹ ਨਿਤਨੇਮ ਨਹੀਂ ਛੱਡਦਾ ਸੀ। ਭਾਵੇਂ ਇਹ ਲਾਈਟ ਦੀਵਾ ਬੱਤੀ ਭਾਵੇਂ ਕੁਛ ਵੀ ਨਾ ਹੁੰਦਾ, ਨਿਤਨੇਮ ਤੇ ਫਿਰ ਵੀ ਕਰਦਾ ਸੀ, ਕੰਠ ਜੋ ਕੀਤਾ ਸੀ। ਉਸ ਦੇ ਵਿੱਚ ਦਾਸ ਨੂੰ ਮਿਲਿਆ ਕੁਝ ਸਮਾਂ ਡਿਊਟੀ ਕਰਨ ਦਾ। ਮੈਂ ਦੇਖ ਕੇ ਬੜਾ ਖੁਸ਼ ਹੋਇਆ ਕਰਾਂ ਕਿ ਇਹੋ ਜਿਹੇ ਗੁਰਸਿੱਖਾਂ ਦੀ ਲੋੜ ਹੈ। ਨਿਤਨੇਮ ਕਰਦੇ ਅੱਖਾਂ ਮੀਟ ਕੇ ਬਹਿ ਜਾਣਾ, ਮਾਈਕ ਦੇ ਸਾਹਮਣੇ ਲੱਗੇ ਰਹਿਣਾ, ਕੌਣ ਆਇਆ ਕੌਣ ਗਿਆ ਕੋਈ ਪਰਵਾਹ ਨਹੀਂ ਹੈ, ਅੱਖਾਂ ਮੀਟ ਕੇ ਲੱਗੇ ਰਹਿਣਾ। ਗਾਲਬਨ 1.5-2 ਸਾਲ ਬੀਤੇ, ਉਹ ਗੁਰਸਿੱਖ ਨੇ ਗੁਰਦੁਆਰੇ ਆਉਣਾ ਬੰਦ ਕਰਤਾ।
मैं उसदे घर गया भी सज्जना की गल, तुसी किरपा करया करो, चलो। 2-4 वारी मैं 2-4 बेनतियां करके आया, नहीं आया। उस तो बाद संगत पुछन लगी, बाबा जी की गल? मैं क्या पता नहीं, मैं तो बेनतियां करके देख लियां, चलो आप सारे चल आउने हैं। गुरुद्वारे दे विच आउण वाली संगत ते वो सारे इकट्ठे होके अमृत वेले उन्हां दे घर चले गए। कहंदा नहीं, मैं तो उंज ही आउणा बंद कर दिता। खैर मैं बहुता ना लमकावां, गल इथों तक पहुँच गई, कहंदे गुरुद्वारे दे ग्रंथी ने कुछ कह दिता तां उहने गुरुद्वारे आउणा बंद कीता। ते जद ये गल पहुंची तो गल पहुँचती इत्थों तक नौबत वध गई। कहंदे बई अरदास कर दिओ, जे गुरुद्वारे का ग्रंथी होया तो खड़ जूगा अरदास दे विच, जे सही होया, जे गलत होया तो अरदास तो भजेगा। अरदास कर दिओ कि जो गुरुद्वारा साहिब के ग्रंथी ने उन्होंने कुछ कहा तो इनू सज़ा मिले। गल हुण ग्रंथी भी कुछ नहीं दस रहा तो ग्रंथ अगाहां वाला भी कुछ नहीं दस रहा कि मैं क्यों आउणों बंद होया। बड़ी नौबत आई। चलो गुरु नानक देव साहिब जी महाराज ने बख्शिश की है, कहंदे किसी ग्रंथी तो अरदास करा दिंदे हैं। मैं क्या किसी तो कराने, मैं खुद करदा। कहंदे जी फिर करो, पर अरदास दे विच मैं कहा मैं 2 शब्द वरतने ने। एक तो अरदास वरतने भी जे ते मैं कुछ कहा होया तो मैनू जो मर्जी हो जाए, जो तुसीं कहने हो मैं उही कह दूँगा। दूसरा, जे कुछ मैं ना कहा होवे ते जेड़े मनुख मैथों अरदास कराउंदे ने इन्हां दे सारे घर बंद हो जाण। इन्हां दे ਜਾਂ ਤੁਸੀਂ मेरे घर का दरवाज़ा बंद कर ਦਿਓ तो मैं दोनों ਦੀਆਂ अरदासां कर देना, ਜਿਹੜਾ सच्चा झूठा होया गुरु ग्रंथ साहिब नतारा कर देणगे। सच जाणिओ, जद मैं आ गल कह के ते अपने पिछले पासे झाकिया तो अद्धे बंदे उड़ गए अरदास दे विचों, पहले ही दरबार साहिब दे बाहरों। ਜਿਹੜੇ खड़ गए वो कहंदे ना ना जी ਐ अरदास किवें होई दी हुंदी है। तो मैं कहदा मतलब भी तुसीं दूजिਆਂ ਦੇ दरवाजे बंद करके जदों आपदी गल आई तो हुण भज्जना शुरू कर दिओ। तो जद उन्होंने बुला के पूछया गया, फिर मैं उन्होंने गुरु ग्रंथ साहिब जी महाराज जियां दे विचों एक पंक्ति सुनाई सारिਆਂ ਨੂੰ। मैं कहा सज्जनों, ये जिहड़ा गुरु नानक दा घर है ना, ये घर ऐसा है, इस दे विच बड़े तरह की मिठास भरी हुई है। पर जदों किसी मनुख दे कोल गुण आ जाता है, वो गुणां दा करके मनुख हंकारी हो जाता है। हंकारी मनुख के जीवन के विचों बदबू आउण लग जाती है। होर गल की है, ये भगत सूरदास जियां दा सारा शब्द मैं पढ़ के सुनाया सी। मैं कहा तुसीं किसी भी चक्कर दे विच कोई गुरसिख प्यारा ना रहे, इसे करके तो गुरु नानक ने एडा वड्डा जहाज तैयार किया सी। श्याम सुंदर तज आन जो चाहत, ज्यों कुष्टी तन जोक। गुरु अर्जन देव साहिब जी महाराज कहते हैं कि बड़ा कुछ मिठास भरिया है, पर चेते रखी कि वो मिठास पींदा पींदा, मिठास पींदा पींदा किते ये ना होवे तड़प तड़प के तैनू जान देनी पै जे आपदी। आम मनुख का खून इन्ना मिठा नहीं हुंदा जिन्ना कोड़ी बंदे का खून है जिहड़ा वो मिठा हुंदा है। ते जोक दे नाल यही कुछ हुंदा है। गुरु अर्जन देव साहिब जी महाराज कहते हैं कि देखी किते जिन्ने तैनू मिठास भरे बोल अकाल पुरख बोल रहे ने, देखी किते अकाल पुरख महाराज जियां दे इन्हां बोलां नूं तज ना देई, छड्ड ना देई। इन्हां नूं जे इन्हां बोलां नूं छड्डिया, जिहड़े दुनिया दे मिठास भरे शब्द तू सुन रहा है, दुनिया तैनूं तखलस दे रही है, ये दुनिया दे इन्हां बोलां कारणा करके परमात्मा नूं तू एक पासे लांभे कर देगा, तड़फ तड़फ के तैनूं जान देनी पऊगी। देखी किते इन्हां बोलां दे मगर ना लग जी, ते दुनिया दे मगर ते सारे लगदे ने। ये शब्द दे विच ना ये हजे पूर्ण तौर पर जिहड़ा शब्द के अर्थ ने वो नखेरे नहीं गए। पूर्ण तौर पर जिहड़े शब्द के अर्थ ने वो मैं तुहाडे सामने नहीं रख सकिया। इंज कह लो
कि ये शब्द के अर्थ हजे शुरू होए सी, पर अपने कोल जिहड़ा समा हुंदा है वो समा सीमित हुंदा है। तो समय की नियात आपां नूं देखनी पैंदी है। इहदे बड़े डूंघे अर्थ ने और कमाल की गल है, असी तो कह दिंदे आ कि असी गुरुद्वारे आए सी, मत्था टेकिया, अरदास हो गई, हुक्मनामा हो गया तो अपने घर चले गए। इहो ही गल कहने आ शब्द के अर्थ जे सारे दे पूर्ण रूप दे विच असी घट्टो घट्ट 2-3 घंटिਆਂ ਦੇ ਵਿੱਚ करने हुंदे, ते जदों असी अपने घर नूं जाने आ ना, ते उस वक्त भी सानू इंज लगना सी कि गुरु अर्जन देव साहिब जी महाराज साडी बांह पकड़ के साडे नाल तुरे आउंदे ने। बड़े अमोलक वचन ने। पर चलो गुरु साहिब जी महाराज और गुरु की संगत, जिन्ना को हुक्म अकाल पुरख दा ते गुरु की संगत दा उन्ना को हुक्म मनते हुए, समय नूं देखते हुए आपां इत्थे जिहड़े इन्हां बोलां दी समाप्ति करते हैं। गुरु साहिब जी महाराज जियां दे इन्हां शब्दां दे कोई भी शब्द लै लईए, लम्मे चौड़े अर्थ ने। हौली हौली ज्यों केले के पात में पात, पात में पात, गुरु नानक की बात में बात, बात में बात, बड़ा कुछ गुरु के शब्द दे विचों जिहड़ी है वो सानू प्राप्ति हुंदी है। पर यह प्राप्ति उन्नी की हुंदी है जिहो जिहा समा साडे कोले होवे। तो गुरु साहिब जी महाराज किरपा करन, जिन्ना क समा परमात्मा सानू बख्शदे ने असीं उहनूं सुहावना बनाउण दे यतन करदे हां। गुरु का शब्द एक ना अद्धा शब्द किते ना किते गुरु का शब्द साडे हिरदिਆਂ विच वसे। परमात्मा किरपा करन। भुल्लां चुकां दी खिमा। आईयां संगतां दा बहुत धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।